ਪਿਆਰੇ ਬੱਚਿਓ, ਅੱਜ ਆਪਾਂ ਨਾ ਇੱਕ ਬਹੁਤ ਹੀ ਖਾਸ ਕਹਾਣੀ ਬਾਰੇ ਗੱਲਾਂ ਕਰਨ ਜਾ ਰਹੇ ਹਾਂ। ਇਹ ਇੱਕ ਤਰ੍ਹਾਂ ਨਾਲ ਰਾਤ ਨੂੰ ਸੌਣ ਵੇਲੇ ਸੁਣਾਈ ਜਾਣ ਵਾਲੀ ਇੱਕ ਸ਼ਾਨਦਾਰ ਕਹਾਣੀ ਹੈ, ਜਿਸ ਵਿੱਚ ਇੱਕ ਬਹੁਤ ਵੱਡਾ ਰਾਜ਼ ਛੁਪਿਆ ਹੋਇਆ ਹੈ। ਅਸੀਂ ਸਾਰੇ ਕਦੇ ਨਾ ਕਦੇ ਥੱਕ ਜਾਂਦੇ ਹਾਂ ਜਾਂ ਕੰਮ ਔਖਾ ਲੱਗਦਾ ਹੈ ਨਾ? ਪਰ ਇਹ ਕਹਾਣੀ ਸਾਨੂੰ ਹਿੰਮਤ ਦਾ ਇੱਕ ਅਜਿਹਾ ਜਾਦੂਈ ਤਰੀਕਾ ਦੱਸੇਗੀ ਜੋ ਹਮੇਸ਼ਾ ਕੰਮ ਆਉਂਦਾ ਹੈ। ਆਓ ਰਲ ਕੇ ਇਸ ਪਿਆਰੇ ਜਿਹੇ ਸਫ਼ਰ ਦੀ ਸ਼ੁਰੂਆਤ ਕਰੀਏ। ਜ਼ਰਾ ਅੱਖਾਂ ਬੰਦ ਕਰਕੇ ਸੋਚੋ, ਬਹੁਤ ਪੁਰਾਣੀ ਗੱਲ ਹੈ। ਇੱਕ ਬਹੁਤ ਹੀ ਬਹਾਦਰ ਅਤੇ ਚੰਗਾ ਰਾਜਾ ਹੋਇਆ ਕਰਦਾ ਸੀ, ਪਰ ਫਿਰ ਅਚਾਨਕ ਕੁਝ ਬਹੁਤ ਹੀ ਮਾੜਾ ਹੋਇਆ। ਉਸ ਦੇ ਰਾਜ ਤੇ ਕਿਸੇ ਬੜੇ ਦੁਸ਼ਮਣ ਨੇ ਹਮਲਾ ਕਰ ਦਿੱਤਾ। ਵਿਚਾਰਾ ਰਾਜਾ ਲੜਿਆ ਤਾਂ ਬਹੁਤ, ਪਰ ਉਹ ਹਾਰ ਗਿਆ ਅਤੇ ਉਸਨੇ ਆਪਣਾ ਸਭ ਕੁਝ, ਆਪਣਾ ਪੂਰਾ ਸੁੰਦਰ ਰਾਜ ਗਵਾ ਲਿਆ। ਅੱਛਾ, ਤਾਂ ਇੱਥੋਂ ਆਪਣੀ ਕਹਾਣੀ ਦਾ ਅਹਿਮ ਮੋੜ ਆਉਂਦਾ ਹੈ ਕਿ ਕਿਵੇਂ ਇੱਕ ਰਾਜਾ ਆਪਣਾ ਰਾਜ ਗਵਾ ਬੈਠਦਾ ਹੈ। ਦੁਸ਼ਮਣ ਇੰਨਾ ਤਾਕਤਵਰ ਸੀ ਕਿ ਰਾਜੇ ਨੂੰ ਆਪਣੀ ਜਾਨ ਬਚਾਉਣ ਲਈ ਆਪਣਾ ਮਹਿਲ ਛੱਡ ਕੇ ਇੱਕ ਸੰਘਣੇ ਜੰਗਲ ਵੱਲ ਭੱਜਣਾ ਪਿਆ। ਇਹ ਉਸਦੇ ਲਈ ਬਹੁਤ ਹੀ ਡਰਾਉਣਾ ਅਤੇ ਔਖਾ ਸਮਾਂ ਸੀ। ਹੁਣ ਫਰਕ ਦੇਖੋ, ਇੱਕ ਪਾਸੇ ਲੜਾਈ ਵਾਲੀ ਥਾਂ ਜਿੱਥੇ ਤਲਵਾਰਾਂ ਦੀਆਂ ਆਵਾਜ਼ਾਂ, ਰੌਲਾ ਰੱਪਾ ਅਤੇ ਡਰ ਸੀ, ਜਿੱਥੇ ਉਸਦਾ ਸੁੰਦਰ ਰਾਜ ਉਸ ਤੋਂ ਖੋਹ ਲਿਆ ਗਿਆ। ਤੇ ਦੂਜੇ ਪਾਸੇ ਜਦੋਂ ਰਾਜਾ ਜੰਗਲ ਦੇ ਬਹੁਤ ਅੰਦਰ ਗਿਆ ਤਾਂ ਉਸ ਨੂੰ ਇੱਕ ਪੱਥਰਾਂ ਵਾਲੀ ਗੁਫਾ ਮਿਲੀ। ਇਹ ਗੁਫਾ ਬਹੁਤ ਹੀ ਠੰਡੀ, ਬਿਲਕੁਲ ਹਨੇਰੀ ਅਤੇ ਇੰਨੀ ਸ਼ਾਂਤ ਸੀ ਕਿ ਸਾਹ ਲੈਣ ਦੀ ਆਵਾਜ਼ ਵੀ ਸੁਣਾਈ ਦੇਵੇ। ਉਸ ਰੌਲੇ ਰੱਪੇ ਤੋਂ ਬਾਅਦ ਇਹ ਚੁੱਪ ਬਹੁਤ ਹੀ ਅਜੀਬ ਲੱਗ ਰਹੀ ਸੀ, ਅਤੇ ਇਹ ਹਨੇਰੀ ਅਤੇ ਸ਼ਾਂਤ ਗੁਫਾ ਹੀ ਉਸ ਦਾ ਨਵਾਂ ਠਿਕਾਣਾ ਸੀ। ਉਸ ਗੁਫਾ ਵਿੱਚ ਬੈਠਾ ਰਾਜਾ ਬਿਲਕੁਲ ਇਕੱਲਾ ਸੀ। ਬਾਹਰੋਂ ਜੰਗਲ ਦੀ ਹਵਾ ਦੀ ਸੂ-ਸੂ ਆਵਾਜ਼ ਆ ਰਹੀ ਸੀ, ਪਰ ਗੁਫਾ ਦੇ ਅੰਦਰ ਸਿਰਫ ਇੱਕ ਭਾਰੀ ਉਦਾਸੀ ਛਾਈ ਹੋਈ ਸੀ। ਉਸ ਨੂੰ ਲੱਗਣ ਲੱਗਾ ਕਿ ਬਸ ਸਭ ਖਤਮ ਹੋ ਗਿਆ ਹੈ। ਕਈ ਵਾਰ ਜਦੋਂ ਚੀਜ਼ਾਂ ਬਹੁਤ ਗਲਤ ਹੋ ਜਾਂਦੀਆਂ ਹਨ ਤਾਂ ਆਪਾਂ ਨੂੰ ਲੱਗਦਾ ਹੈ ਕਿ ਹੁਣ ਅੱਗੇ ਕੋਸ਼ਿਸ਼ ਕਰਨ ਦਾ ਕੀ ਫਾਇਦਾ। ਸਾਡਾ ਬਹਾਦਰ ਰਾਜਾ ਵੀ ਉਸ ਵੇਲੇ ਬਿਲਕੁਲ ਅਜਿਹਾ ਹੀ ਮਹਿਸੂਸ ਕਰ ਰਿਹਾ ਸੀ। ਉਹ ਬਹੁਤ ਡੂੰਗੀ ਉਦਾਸੀ ਵਿੱਚ ਡੁੱਬਿਆ ਹੋਇਆ ਸੀ। ਉਸ ਦੀ ਸਾਰੀ ਹਿੰਮਤ ਟੁੱਟ ਚੁੱਕੀ ਸੀ। ਉਸ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਉਹ ਹੁਣ ਕਦੇ ਵੀ ਆਪਣਾ ਪਿਆਰਾ ਘਰ ਵਾਪਸ ਨਹੀਂ ਲੈ ਸਕੇਗਾ। ਪਰ ਹੁਣ ਆਪਾਂ ਗੱਲ ਕਰਾਂਗੇ ਸਾਡੀ ਨਿੱਕੀ ਬਹਾਦਰ ਮੱਕੜੀ ਦੀ। ਜ਼ਰਾ ਧਿਆਨ ਨਾਲ ਸੁਣਿਓ। ਉਸ ਬਿਲਕੁਲ ਸ਼ਾਂਤ ਗੁਫਾ ਵਿੱਚ ਅਚਾਨਕ ਇੱਕ ਬਹੁਤ ਹੀ ਨਾਜ਼ੁਕ ਜਿਹੀ ਹਲਚਲ ਹੋਈ। ਜਦੋਂ ਰਾਜੇ ਨੇ ਹੌਲੀ-ਹੌਲੀ ਆਪਣੀਆਂ ਥੱਕੀਆਂ ਹੋਈਆਂ ਅੱਖਾਂ ਉੱਪਰ ਚੁੱਕੀਆਂ ਤਾਂ ਪਤਾ ਉਸਨੇ ਕੀ ਦੇਖਿਆ? ਇੱਕ ਛੋਟੀ ਜਿਹੀ ਮੱਕੜੀ। ਉਹ ਮੱਕੜੀ ਉਸ ਹਨੇਰੀ ਗੁਫਾ ਦੀ ਖੁਰਦਰੀ ਪੱਥਰ ਵਾਲੀ ਕੰਧ ਤੇ ਬਹੁਤ ਹੀ ਬਹਾਦਰੀ ਨਾਲ ਆਪਣਾ ਨਾਜ਼ੁਕ ਜਿਹਾ ਜਾਲਾ ਬੁਣਨ ਦੀ, ਯਾਨੀ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਅਤੇ ਉਹ ਮੱਕੜੀ ਕਿੰਨੀ ਮਿਹਨਤ ਕਰ ਰਹੀ ਸੀ। ਉਸਨੇ ਪਹਿਲੀ ਕੋਸ਼ਿਸ਼ ਕੀਤੀ, ਉਹ ਕੰਧ ਤੇ ਥੋੜਾ ਉੱਪਰ ਚੜੀ ਤੇ ਧੜਮ ਹੇਠਾਂ ਡਿੱਗ ਪਈ। ਫਿਰ ਉਸਨੇ ਦੁਬਾਰਾ ਕੋਸ਼ਿਸ਼ ਕੀਤੀ। ਤੀਜੀ ਕੋਸ਼ਿਸ਼ ਤੱਕ ਉਹ ਅੱਧ ਵਿਚਕਾਰ ਪਹੁੰਚ ਗਈ, ਪਰ ਫਿਰ ਫਿਸਲ ਕੇ ਹੇਠਾਂ। ਉਹ ਲਗਾਤਾਰ ਬਿਨਾਂ ਰੁਕੇ ਕੋਸ਼ਿਸ਼ ਕਰਦੀ ਰਹੀ, ਪਰ 6ਵੀਂ ਕੋਸ਼ਿਸ਼ ਵਿੱਚ ਵੀ ਉਹ ਪੂਰੀ ਤਰ੍ਹਾਂ ਹੇਠਾਂ ਫਰਸ਼ ਤੇ ਆ ਡਿੱਗੀ। ਪੂਰੇ 6 ਵਾਰ ਉੱਪਰ ਚੜ੍ਹਦੀ ਤੇ ਫਿਰ ਹੇਠਾਂ ਆ ਡਿੱਗਦੀ। ਹੁਣ ਆਪਾਂ ਵੱਧਦੇ ਹਾਂ ਉਸ ਚਮਕਦਾਰ ਰੋਸ਼ਨੀ ਵੱਲ। ਰਾਜਾ ਜੋ ਆਪਣਾ ਸਾਰਾ ਦੁੱਖ ਭੁੱਲ ਕੇ ਬਿਲਕੁਲ ਟਿਕਟਿਕੀ ਲਗਾ ਕੇ ਇਸ ਨਿੱਕੇ ਜਿਹੇ ਜੀਵ ਨੂੰ ਦੇਖ ਰਿਹਾ ਸੀ, ਉਹ ਹੈਰਾਨ ਸੀ ਕਿ ਇਹ ਛੋਟੀ ਜਿਹੀ ਮੱਕੜੀ ਹੁਣ ਅੱਗੇ ਕੀ ਕਰੇਗੀ। ਹੁਣ ਤੁਸੀਂ ਦੱਸੋ, 6 ਵਾਰ ਬੁਰੀ ਤਰ੍ਹਾਂ ਡਿੱਗਣ ਤੋਂ ਬਾਅਦ ਕੀ ਨਿੱਕੀ ਮੱਕੜੀ ਆਖਿਰਕਾਰ ਹਾਰ ਮੰਨ ਲਵੇਗੀ? ਕੀ ਉਹ ਉੱਥੇ ਹੀ ਜ਼ਮੀਨ ਤੇ ਥੱਕ ਕੇ ਬੈਠ ਜਾਵੇਗੀ? ਬਿਲਕੁਲ ਨਹੀਂ। 7ਵੀਂ ਵਾਰ ਮੱਕੜੀ ਨੇ ਆਪਣੀ ਸਾਰੀ ਤਾਕਤ, ਆਪਣਾ ਸਾਰਾ ਜ਼ੋਰ ਇਕੱਠਾ ਕੀਤਾ। ਉਸਨੇ ਫਿਰ ਤੋਂ ਉੱਪਰ ਚੜ੍ਹਨਾ ਸ਼ੁਰੂ ਕੀਤਾ, ਹੌਲੀ-ਹੌਲੀ, ਅਤੇ ਇਸ ਵਾਰ ਉਹ ਨਹੀਂ ਡਿੱਗੀ। ਅਤੇ ਫਿਰ ਪਤਾ ਕੀ ਹੋਇਆ? ਇੱਕ ਬਹੁਤ ਹੀ ਪਿਆਰਾ ਨਜ਼ਾਰਾ। ਹਨੇਰੀ ਗੁਫਾ ਦੇ ਬਾਹਰੋਂ ਸੂਰਜ ਦੀ ਇੱਕ ਚਮਕਦਾਰ ਰੋਸ਼ਨੀ ਦੀ ਕਿਰਨ ਸਿੱਧੀ ਅੰਦਰ ਆਈ। ਉਹ ਰੋਸ਼ਨੀ ਸਿੱਧੀ ਉਸ ਬਹਾਦਰ ਮੱਕੜੀ ਤੇ ਪਈ ਜੋ ਹੁਣ ਕੰਧ ਦੇ ਬਿਲਕੁਲ ਉੱਪਰ ਪਹੁੰਚ ਚੁੱਕੀ ਸੀ ਅਤੇ ਬੜੇ ਮਾਣ ਨਾਲ ਆਪਣਾ ਨਾਜ਼ੁਕ ਅਤੇ ਸੁੰਦਰ ਜਾਲਾ ਪੂਰਾ ਕਰ ਰਹੀ ਸੀ। ਇੱਥੋਂ ਸਾਡੀ ਕਹਾਣੀ ਇੱਕ ਨਵਾਂ ਮੋੜ ਲੈਂਦੀ ਹੈ, ਜਿੱਥੇ ਰਾਜੇ ਨੂੰ ਆਪਣੀ ਹਿੰਮਤ ਵਾਪਸ ਮਿਲਦੀ ਹੈ। ਇਹ ਸਭ ਤੋਂ ਦਿਲਚਸਪ ਗੱਲ ਹੈ। ਇਸ ਇੱਕ ਛੋਟੀ ਜਿਹੀ ਘਟਨਾ ਨੇ, ਉਸ ਮੱਕੜੀ ਦੀ ਮਿਹਨਤ ਨੇ ਰਾਜੇ ਨੂੰ ਅੰਦਰੋਂ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਰਾਜੇ ਦੀਆਂ ਅੱਖਾਂ ਚਮਕ ਉੱਠੀਆਂ। ਉਸਨੇ ਖੁਦ ਨੂੰ ਕਿਹਾ, ਕਮਾਲ ਹੈ, ਜੇ ਇੱਕ ਨਿੱਕੀ ਜਿਹੀ ਮੱਕੜੀ 6 ਵਾਰ ਡਿੱਗਣ ਤੋਂ ਬਾਅਦ ਵੀ ਹਾਰ ਨਹੀਂ ਮੰਨਦੀ ਤਾਂ ਮੈਂ ਇੱਕ ਮਹਾਨ ਰਾਜਾ ਹੋ ਕੇ ਕਿਉਂ ਹਾਰ ਮੰਨ ਰਿਹਾ? ਉਸ ਦੀ ਸਾਰੀ ਉਦਾਸੀ ਜਿਵੇਂ ਗਾਇਬ ਹੀ ਹੋ ਗਈ ਅਤੇ ਉਸ ਦੇ ਦਿਲ ਵਿੱਚ ਇੱਕ ਨਵੀਂ ਬਹੁਤ ਵੱਡੀ ਹਿੰਮਤ ਪੈਦਾ ਹੋ ਗਈ। ਤਾਂ ਫਿਰ ਇਹੀ ਹੈ ਦੁਬਾਰਾ ਕੋਸ਼ਿਸ਼ ਕਰਨ ਦਾ ਅਸਲੀ ਰਾਜ਼। ਰਾਜਾ ਸਿਰਫ ਗੁਫਾ ਵਿੱਚ ਬੈਠ ਕੇ ਸੋਚਦਾ ਹੀ ਨਹੀਂ ਰਿਹਾ, ਸਗੋਂ ਉਸਨੇ ਆਪਣੀ ਇਸ ਨਵੀਂ ਹਿੰਮਤ ਨਾਲ ਕੁਝ ਬਹੁਤ ਵੱਡਾ ਕਰਨ ਦਾ ਫੈਸਲਾ ਕੀਤਾ। ਦੇਖੋ ਉਸਨੇ ਫਟਾਫਟ ਕੀ ਕੀਤਾ। ਕਦਮ ਪਹਿਲਾ, ਉਹ ਗੁਫਾ ਵਿੱਚੋਂ ਬਾਹਰ ਆਇਆ ਅਤੇ ਆਪਣੀ ਖਿੰਡੀ ਹੋਈ ਫੌਜ ਨੂੰ ਲੱਭ ਕੇ ਦੁਬਾਰਾ ਇਕੱਠਾ ਕੀਤਾ। ਕਦਮ ਦੂਜਾ, ਉਸਨੇ ਨਵੇਂ ਜੋਸ਼ ਅਤੇ ਪੂਰੀ ਤਾਕਤ ਨਾਲ ਦੁਸ਼ਮਣ ਤੇ ਤਾਵਾ ਬੋਲ ਦਿੱਤਾ।
ਅਤੇ ਕਦਮ ਤੀਜਾ, ਉਸਨੇ ਆਪਣਾ ਗੁਆਚਾ ਹੋਇਆ ਪਿਆਰਾ ਰਾਜ ਆਖਿਰਕਾਰ ਵਾਪਸ ਜਿੱਤ ਹੀ ਲਿਆ। ਤਾਂ ਮੇਰੇ ਪਿਆਰੇ ਬੱਚਿਓ, ਇਸ ਕਹਾਣੀ ਤੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਿਆ? ਇਹ ਬਹੁਤ ਹੀ ਪਿਆਰੀ ਗੱਲ ਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਬਿਲਕੁਲ ਉਸ ਛੋਟੀ ਜੀ ਮੱਕੜੀ ਵਾਂਗ, ਜੇ ਕਦੇ ਆਪਾਂ ਕਿਸੇ ਕੰਮ ਵਿੱਚ ਫੇਲ ਵੀ ਹੋ ਜਾਈਏ ਜਾਂ ਡਿੱਗ ਜਾਈਏ ਤਾਂ ਸਾਨੂੰ ਝਾੜ ਪੂੰਝ ਕੇ ਉੱਠਣਾ ਚਾਹੀਦਾ ਹੈ ਅਤੇ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਫਲਤਾ ਤਾਂ ਮਿਲਣੀ ਹੀ ਮਿਲਣੀ ਹੈ। ਇਸ ਲਈ ਹੁਣ ਜਦੋਂ ਆਪਾਂ ਸੌਣ ਦੀ ਤਿਆਰੀ ਕਰ ਰਹੇ ਹਾਂ ਤਾਂ ਬਸ ਇੱਕ ਛੋਟਾ ਜਿਹਾ ਪਰ ਬਹੁਤ ਤਾਕਤਵਰ ਵਿਚਾਰ ਆਪਣੇ ਮਨ ਵਿੱਚ ਰੱਖਿਓ। ਸੋਚੋ ਕਿ ਜੇ ਆਪਾਂ ਹਾਰ ਮੰਨਣ ਦੀ ਬਜਾਏ ਸਿਰਫ ਇੱਕ ਵਾਰ ਹੋਰ ਕੋਸ਼ਿਸ਼ ਕਰੀਏ ਤਾਂ ਕੱਲ ਨੂੰ ਆਪਾਂ ਕਿੰਨੇ ਕਮਾਲ ਦੇ ਕੰਮ ਪੂਰੇ ਕਰ ਸਕਦੇ ਹਾਂ, ਹੈ ਨਾ? ਤਾਂ ਫਿਰ ਹਮੇਸ਼ਾ ਉਸ ਮੱਕੜੀ ਵਾਂਗ ਬਹਾਦਰ ਬਣੇ ਰਹੋ। ਇਸ ਸ਼ਾਨਦਾਰ ਕਹਾਣੀ ਵਿੱਚ ਮੇਰੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਚੰਗੀ ਨੀਂਦ ਲਓ।